अजीत वैब टीवी की टीम वालों आप जी का स्वागत है। असी पहुँचे हाँ इस वेले गाजीपुर सरहद से, जिसते असी तुहानूं दिखा रहे हैं कि ਵੱਖ-ਵੱਖ संस्थावां वालों जिथे इत्थे किसानां वास्ते उपराले किए जा रहे हैं। जिवें एक पासे तुहानूं दिखा रहे हैं किवें मैडिकल सहूलतां दित्तियां जा रही ने, डॉक्टर साहिबानां वालों हर तरह दी दवाइयां वास्ते इत्थे उपराले किए गए ने। इस तरह एक पासे पूरा किसानां वालों इत्थे मॉल बनाया होया है, जिथे हर तरह दी सहूलतां असीं तुहानूं दिखा रहे हैं। किस तरह मॉल दे विच तुहानूं इत्थे हर सहूलत प्रदान होवेगी। जिवें तुसीं देख रहे हो कि कोई भी समान लेना होवे, धुर तक वड्डियां वड्डियां समानां दीयां लाइनां लगियां होईयां हन अते पूरा भंडार लगा होया, जिहदे विच तुहानूं हर तरह के कपड़े, गर्म जराबां आदि जो भी समान चाहिदा है, इत्थे जरूरी वस्तां गद्दे, रजाइयां, कंबल हर समान उपलब्ध करवाया जा रहा है। तो इस तरह तुहानूं असीं विखा रहे हैं कि हर सहूलतां दे लई गाजीपुर सरहद दे उत्ते किसानां नूं दित्तियां जा रहीआं ने ते तुहाडी असीं गलबात करवावांगे। ये जिहड़ियां सहूलतां ने यूनाइटेड सिक्स सोसाइटी वालों दित्तियां जा रही ने, जिन्हां दा मेन दफ्तर है। और इस तो इलावा नाल ही तुसीं दसदे हैं, देखो किस तरह गैस के सिलेंडर भी नाल लाए हुए ने ताकि इत्थे कोई किसी तरह की घटना ना वापरे। व्हील चेयर रखी हुई है ताकि बजुर्गों को कोई किसी तरह की प्रॉब्लम ना आवे। इस संबंधी तो वीर जी तुहानूं जानकारी देणगे कि किहड़े-किहड़े प्रबंध इत्थे कीते हुए ने। वाहिगुरू जी खालसा वाहिगुरू जी की फतेह। ਇਹ ਯੂਨਾਈਟਿਡ ਸਿੱਖ ਦੀ ਸੰਸਥਾ ਵੱਲੋਂ ਜਿਹੜੇ ਇੱਥੇ ਆਏ ਹੋਏ ਨੇ ਧਰਨੇ ਦੇ, ਤੇ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਹਰ ਇੱਕ ਚੀਜ਼ ਆਪਾਂ ਜਿਹੜੀ ਉਹਨਾਂ ਨੂੰ ਦੇ ਰਹੇ ਹਾਂ। ਕਿਸੇ ਵੀ ਪ੍ਰਕਾਰ ਦੀ ਜ਼ਰੂਰਤ ਹੋਵੇ, ਸਵੇਰ ਤੋਂ ਸਾਬਣ ਤੋਂ ਸਟਾਰਟ ਹੋ ਜਾਂਦਾ ਕੰਮ ਆਪਣਾ। ਸਵੇਰੇ ਬੁਰਸ਼ ਹੋ ਗਿਆ, ਸਾਬਣ ਹੋ ਗਿਆ, ਤੇਲ ਹੋ ਗਿਆ, ਆਪਾਂ ਉਹਨਾਂ ਨੂੰ ਹਰ ਇੱਕ ਚੀਜ਼ ਦੇ ਰਹੇ ਹਾਂ। ਤੌਲੀਆ ਹੋ ਗਏ, ਤੁਸੀਂ ਦੇਖ ਸਕਦੇ ਪੂਰਾ ਮੋਲ ਦੇ ਵਿੱਚ ਦੇਖਿਆ ਹੀ ਹੋਏਗਾ ਵੀ ਸਲੀਪਿੰਗ ਬੈਗ ਤੱਕ, ਟੈਂਟ ਰਹਿਣ ਨੂੰ, ਗੱਦੇ, ਕੰਬਲ ਸਭ ਕੁਝ ਆਪਾਂ ਦੇ ਰਹੇ ਹਾਂ ਜੀ ਯੂਨਾਈਟਿਡ ਸਿੱਖ ਦੀ ਸੰਸਥਾ ਵੱਲੋਂ ਜੀ। ਤੁਸੀਂ ਕਿੰਨੇ ਚਿਰ ਤੋਂ ਇੱਥੇ ਸਹੂਲਤਾਂ ਦੇ ਰਹੇ ਹੋ? ਸਾਨੂੰ ਤਕਰੀਬਨ ਜਿੱਦਣ ਪਹਿਲੇ ਦਿਨ ਤੋਂ ਇੱਥੇ ਧਰਨਾ ਚਾਲੂ ਹੈ ਉਸੇ ਦਿਨ ਤੋਂ ਹੀ ਸਟਾਰਟ ਹੈ ਸਾਡਾ। ਇਹਨਾਂ ਨੇ ਦੱਸਿਆ ਸੀ ਕਿ ਪਹਿਲੇ ਦਿਨ ਤੋਂ ਹੀ ਅਸੀਂ ਇੱਥੇ ਸਹੂਲਤਾਂ ਦੇ ਰਹੇ ਹਾਂ। ਆ ਵੀਰ ਜੀ ਨਾਲ ਤੁਹਾਡੀ ਗੱਲ ਕਰਾਂਗੇ। ਹਾਂਜੀ, ਤੁਸੀਂ ਇੱਥੇ ਆਏ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਅੱਜ? ਅਸੀਂ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਆਏ ਆ ਜ਼ਿਲ੍ਹਾ ਗੁਰਦਾਸਪੁਰ ਤੋਂ, ਔਰ ਸਾਡੇ ਇੱਥੇ 20 ਕਿਸਾਨ ਆਏ ਹੋਏ ਨੇ। ਔਰ ਇਹ ਜੋ ਮੋਦੀ ਨੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਔਰ ਧੱਕੇ ਨਾਲ ਇਹ ਪਾਰਲੀਮੈਂਟ ਦੇ ਵਿੱਚ ਕਾਨੂੰਨ ਲਿਆਂਦੇ, ਔਰ ਕਰੋਨਾ ਦਾ ਬਹਾਨਾ ਬਣਾ ਕੇ ਜਿਸ ਢੰਗ ਦੇ ਨਾਲ ਇਹ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਨੇ ਪੰਜੇ ਹੀ, 3 ਤਾਂ ਜਿਹੜੇ ਪਾਰਲੀਮੈਂਟ 'ਚ ਪਾਸ ਕੀਤੇ ਗਏ, 2 ਨੂੰ ਲਿਆਉਣ ਦੀ ਤਿਆਰੀ ਆ। ਬਿਜਲੀ ਬਿੱਲ 2020 ਅਤੇ ਜਿਹੜਾ ਇਹ ਪਰਾਲੀ ਦਾ ਐਕਟ ਲਿਆ ਰਹੇ ਨੇ, ਇਹ ਸਾਰੇ ਹੀ ਕਿਸਾਨੀ ਨੂੰ ਖਤਮ ਕਰਨ ਵਾਲੇ ਬਿੱਲ ਨੇ। ਅਸੀਂ ਪੁਰਜ਼ੋਰ ਨਿੰਦਿਆ ਕਰਦੇ ਹਾਂ ਔਰ ਇਸ ਮੋਦੀ ਪ੍ਰਧਾਨ ਮੰਤਰੀ ਦੇ ਉੱਤੇ ਇਲਜ਼ਾਮ ਵੀ ਲਾਉਂਦੇ ਆ ਕਿ ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ ਦੇਸ਼ ਦਾ, ਜਿੰਨਾ ਝੂਠ ਇਹਨੇ ਅੱਜ ਤੱਕ ਬੋਲਿਆ, ਇਹਨੇ ਸਾਰੇ ਦੇਸ਼ ਦੇ, ਸਾਰੇ ਵਰਲਡ ਦੇ ਮੁਖੀਆਂ ਦਾ ਰਿਕਾਰਡ ਤੋੜ ਦਿੱਤਾ। ਉਦੋਂ ਤੋਂ 2014 ਤੋਂ ਲੈ ਕੇ ਹੁਣ ਤੱਕ ਸਾਰੇ ਹੀ ਇਹਦੇ ਝੂਠ ਜਿਹੜੇ ਨੇ ਉਹ ਜਦੋਂ ਸਾਰੇ ਲੋਕਾਂ ਦੇ ਸਾਹਮਣੇ ਇੱਕ ਇੱਕ ਕਰਕੇ ਨੰਗੇ ਹੋ ਗਏ, ਤੇ ਹੁਣ ਇਸ ਨੂੰ ਮਤਲਬ ਸਮੁੱਚਾ ਜਿਹੜਾ ਆਵਾਮ ਆ ਉਹ ਝੂਠਾ ਪ੍ਰਧਾਨ ਮੰਤਰੀ ਦਾ ਜਿਹੜਾ ਉਹ ਇਹਨੂੰ ਅਸੀਂ ਨਾਂ ਦਿੰਦੇ ਆ। ਹਾਂਜੀ, ਇਸ ਤਰ੍ਹਾਂ ਵੀਰੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਅਜੀਤ ਪਰਿਵਾਰ ਦਾ, ਅਖਬਾਰ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆ ਕੇ ਜਿਹੜੀ ਅਸਲੀ ਸਥਿਤੀ ਆ ਲੋਕਾਂ ਦੇ ਕੋਲ ਪਹੁੰਚਦੀ ਕਰ ਰਹੇ ਹੋ। ਅਸੀਂ ਇੱਥੇ ਪਹੁੰਚੇ ਹਾਂ, ਜਿਸ ਤਰ੍ਹਾਂ ਅਸੀਂ ਇੱਥੇ ਆ ਕੇ ਦੇਖਿਆ, ਜੋ ਮੀਡੀਆ ਦੇ ਤੌਰ 'ਤੇ ਆਪਦੇ ਵੱਲੋਂ ਪ੍ਰਫੁੱਲਿਤ ਕੀਤੀ ਜਾ ਰਹੀਆਂ ਸੀ ਖਬਰਾਂ, ਉਹ ਤੋਂ ਸਥਿਤੀ ਕੋਹਾਂ ਦੂਰ ਆ। ਹਰੇਕ ਕਿਸਮ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ, ਰਹਿਣ ਬਸੇਰਾ, ਲੰਗਰ ਲੱਗੇ ਹੋਏ ਨੇ। ਸਭ ਤੋਂ ਵੱਡੀ ਗੱਲ, ਸਿੱਖ ਸੰਸਥਾਵਾਂ ਜਿਸ ਤਰ੍ਹਾਂ ਸਿੰਘੂ ਅਤੇ ਕੁੰਡਲੀ ਬਾਰਡਰ 'ਤੇ ਸੇਵਾ ਕਰ ਰਹੀਆਂ ਨੇ, ਉਸੇ ਤਰ੍ਹਾਂ ਤੁਸੀਂ ਇੱਥੇ ਹੁਣ ਵੀ ਦੇਖਿਆ ਇੱਥੇ ਕਰ ਰਹੀਆਂ ਨੇ। ਅਤੇ ਤੁਹਾਡੇ ਵਰਗੇ ਸੁਹਿਰਦ ਮੀਡੀਆ ਦੇ ਲਈ ਮੈਂ ਇੱਕ ਸ਼ਬਦ ਬਹੁਤ ਵਧੀਆ ਕਹਿਣਾ ਚਾਹੁੰਦਾਗਾ ਵੀ ਤੁਹਾਡੀ ਅਸਲੀ ਸੁਚੱਜੀ ਮਿਹਨਤ ਦੇ ਨਾਲ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀ, ਉਹ ਹੁਣ ਸਾਰੇ ਭਾਰਤ ਦੇ ਇਕੱਲੇ ਨਾਗਰਿਕ ਦਾ ਸੰਘਰਸ਼ ਬਣ ਗਿਆ। ਤਾਂ ਕਿ ਜਿਹੜਾ ਇਹ ਆਪਾਂ
ਖੇਤੀਬਾੜੀ ਬਿੱਲ ਨੇ ਉਹ ਰੋਜੀ ਰੋਟੀ ਦਾ ਮੁੱਦਾ ਬਣ ਕੇ ਪਹੁੰਚ ਗਿਆ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ? ਮੈਂ ਇਹੋ ਹੀ ਕਹਿਣਾ ਚਾਹੁੰਦਾ ਵੀ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਇਹ ਕਿਸਾਨ ਵਿਰੋਧੀ ਨੇ। ਇਹਨਾਂ ਜਿੰਨਾ ਚਿਰ ਇਹ ਖਤਮ ਨਹੀਂ ਹੁੰਦੇ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਿਹੜਾ ਆ ਉਹ ਚੱਲੇਗਾ। ਬਾਬਾ ਜੀ ਤੁਸੀਂ ਕਦੋਂ ਪਹੁੰਚੇ ਇੱਥੇ? ਕੁਛ ਨਹੀਂ ਬੋਲਿਆ। ਕਦੋਂ ਪਹੁੰਚੇ ਤੁਸੀਂ? ਅਸੀਂ ਪਰਸੋਂ ਪਹੁੰਚੇ ਜੀ ਆ ਕੇ 8 ਤਰੀਕ ਤੋਂ। ਹਾਂਜੀ, ਕਿੱਦਾਂ ਲੱਗਾ ਇੱਥੇ ਦਾ ਮਾਹੌਲ? ਮਾਹੌਲ ਸਾਨੂੰ ਇਹ ਬਹੁਤ ਚੰਗਾ ਲੱਗਾ। ਪਰ ਇਹ ਜਿਹੜਾ ਮੋਦੀ ਹੈਗਾ ਵਾ ਆਪਣਾ ਪ੍ਰਧਾਨ ਮੰਤਰੀ ਸਾਡਾ, ਇਹ ਕਿ ਕਿਸਾਨਾਂ ਦਾ ਇੱਕ ਗਲ ਘੁੱਟ ਰਿਹਾ ਵਾ। ਇਹ ਆ ਕੇ ਔਖੇ ਹੋ ਕੇ ਅਸੀਂ ਪਹੁੰਚੇ ਇੱਥੇ ਤੇ ਇਹਦਾ ਵਿਰੋਧ ਕਰਨ ਵਾਸਤੇ। ਕਿੰਨੀ ਉਮਰ ਹੈ ਜੀ ਤੁਹਾਡੀ? ਮੇਰੀ 90 ਸਾਲ ਦੀ ਆ। 90 ਸਾਲ ਦੀ ਉਮਰ ਹੈ। 90 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਇੱਥੇ ਪਹੁੰਚੇ ਨੇ ਤੇ ਜਿਹੜੇ ਜਵਾਨ ਆ ਔਰ ਜਿਨ੍ਹਾਂ ਨੇ ਜ਼ਮੀਨਾਂ ਉਹ ਨਹੀਂ ਆ ਸਕਦੇ। ਦੇਖੋ ਬਾਬਾ ਜੀ ਨੇ ਇੱਥੇ ਆ ਕੇ ਹਾਂ ਦਾ ਨਾਰਾ ਮਾਰਿਆ। ਹਾਂਜੀ ਤੁਸੀਂ? ਹਾਂਜੀ, ਇਹੋ ਦੁੱਖ ਫੋਲਣ ਆਏ ਆ ਜੀ ਵੀ ਔਖੇ ਆ ਤੇ ਤਾਂ ਹੀ ਕਰਕੇ ਇੱਥੇ ਸ਼ੰਭੂ ਬਾਰਡਰ ਤੇ ਪਰਸੋਂ ਦੇ ਆਏ ਆ ਤੇ ਮੁੜ ਕੇ ਤੁਹਾਡੇ ਕੋਲ ਆਏ ਆ ਤੇ ਗਾੜੀ ਇਹ ਕਾਨੂੰਨ ਵਾਪਸ ਲਏ ਜਾਣ। ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਕਿੱਥੋਂ ਆਏ ਹੋ? जी मैं महाराष्ट्र से आई हूँ। गाज़ीपुर बॉर्डर पे जो न्यूज़ हम देख रहे हैं महाराष्ट्र से, तो हमें ये था कि ग्राउंड रियलिटी हम जान ले, क्योंकि 26 जनवरी के बाद भी ये लग रहा था कि ग्राउंड रियलिटी जाननी चाहिए, क्योंकि जितना इस किसान आंदोलन को महाराष्ट्र से सपोर्ट मिलना चाहिए था उतनी संख्यात्मक रूप से नहीं मिला है। दूसरी बात यह है कि हम गोदी मीडिया की चैलेंज को भी फेस कर रहे हैं और मैं खुद मराठी न्यूज़ चैनल में काम करती हूँ, 20 साल से जर्नलिज्म में हूँ। तो मेरी ये उत्सुकता भी थी कि ये करेक्ट मैसेज जाए। टिकैत जी की जो एक कृषि की विचारधारा है तो उसको अलग अलग तरीके से महाराष्ट्र में उसकी चर्चा की जा रही है। एक तरीका ये है महाराष्ट्र में डिटेल बोले हम, जैसे कॉन्ट्रैक्ट फार्मिंग का जो है उसको ग्लोरीफाई किया जाता है, उसको प्रोत्साहन दिया जाता है इस तौर पे कि जो कॉन्ट्रैक्ट फार्मिंग है वो एक सक्सेसफुल प्रयोग है और उससे बहुत भलाई होगी और कृषि अर्थव्यवस्था और तगड़ी होगी। ये बहुत बड़ा एक चर्चा या एक मुद्दा महाराष्ट्र में है। दूसरा एक मुद्दा है शरद जोशी जी का जो कृषि विचार है, उसके मुताबिक ही ये तीनों कृषि कानून हैं। तो अब ये कृषि कानून शरद जोशी जो महाराष्ट्र के बहुत बड़े कृषि तज्ञ माने जाते थे, जो भी नहीं है, तो इसकी भी चर्चा है। और इसकी चर्चा इस तरीके से ली जा रही है कि वो बीजेपी के जितने भी समर्थक हैं वो शरद जोशी के नाम से ही इन कानूनों का समर्थन कर रहे हैं। लेकिन ग्राउंड रियलिटी ये है कि शरद जोशी का एक कालखंड था। अब टिकैत पैटर्न जो राकेश टिकैत जी बात कर रहे हैं वो टिकैत पैटर्न है जो कि आज के जो कृषि के चैलेंजेस है उसको वो निपट रहा है। तो वो मैसेज उतना तगड़ा नहीं आ रहा है जितना तगड़ा आना चाहिए मराठी लैंग्वेज में। तो ये भी एक उद्देश्य था कि मैं गाज़ीपुर बॉर्डर जाऊं। कल मैंने हरियाणा में किसान पंचायत को भी अटेंड किया, राकेश टिकैत जी से बात भी की। वहाँ पे गलथानगढ़ में उनकी सभा थी वहाँ विलेज में, तो हमने उनसे बात भी की है। तो एज अ जर्नलिस्ट और एज अ टिकैत पैटर्न के से मैं रिलेट कर रही हूँ। जब मैं वो उनको उन बातों को समझ रही हूँ कि ये ठीक है कि मार्केट कमेटी जैसे आप यहाँ पे नॉर्दर्न इंडिया में बोलते हो कि मार्केट कमेटी, तो वहाँ पे अलग है, उसे बोलते हैं मराठी में कृषि उत्पन्न बाजार समिति। तो उन समितियों में जो भ्रष्टाचार है उसको हटाने की ज़रूरत है, ना कि उसका भ्रष्टाचार है इसीलिए हम कंपटीशन क्रिएट करेंगे। ये नरेटिव बिल्कुल गलत है एक्चुअली, क्योंकि अगर आपके बॉडी में कोई कैंसर है तो आप कैंसर को हटाएंगे, पूरी बॉडी को आप खारिज नहीं कर सकते हैं। तो इस मुद्दे पे भी मैं बात करना चाह रही हूँ और इसी उपलक्ष्य में मैं यहाँ आई हूँ। तो ये तमाम उत्तर मुझे टिकैत जी से बात करके मिले। ठीक है, इस तरह वीर जी मैं वीर जी ਤੁਸੀਂ ਕਦੋਂ ਤੋਂ ਇੱਥੇ ਸਹੂਲਤਾਂ ਚਲਾ ਰਹੇ ਹੋ? मैं ये काफ़ी समय हो गया ਇੱਥੇ ਆਏ ਹੋਏ ਮੈਨੂੰ ਵੀ। ਕਿੰਨੇ ਰੋਜ਼ ਆ ਜਾਂਦੇ ਨੇ? ਰੋਜ਼ ਘੱਟ ਤੋਂ ਘੱਟ 100-125 ਪੇਸ਼ੈਂਟ ਆ ਜਾਂਦਾ ਹੈ। ਇਹਨਾਂ ਨੇ ਦੱਸਿਆ ਕਿ ਇੱਥੇ ਅਸੀਂ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੇ ਹਾਂ, ਜਿਵੇਂ ਮੈਡੀਕਲ ਸਹੂਲਤਾਂ ਦੇ ਰਹੇ ਹਾਂ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਗਾਜੀਪੁਰ ਸਰਹੱਦ ਤੋਂ ਜਸਵੀਰ ਸਿੰਘ ਨੂਰਪੁਰ, ਮੇਰੇ ਨਾਲ ਧਰਮਵੀਰ ਪਾਲ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।